अस्सलाम वालेकुम। वालेकुम सलाम। मशहूर ज़माना यूसुफ बारी साहब की हाल है ਤੁਹਾਡਾ? खैर जी, अल्लाह दी रहमत पाली ਅੱਛਾ ਭਾਈ ਯੂਸੁਫ, ਇੱਕ ਵੈੜੀ ਹੈ जी। ਔਰ ਉਹਨੂੰ ਵੈੜੇ ਨੇ ਨਵਾਂ ਘਰ ਛੜਿਆ, ਉਹਦੀ ਉਮਰ ਬਿਲਕੁਲ ਥੋੜੀ ਹੈ। अच्छा जी। ਹੁਣ ਉਹ ਖੂਨ ਸੁੱਟਦੀ ਏ, ਉਹਦੇ ਪਿੱਛੋਂ ਗੰਦ ਨਿਕਲਦਾ ਹੈ, ਮਸਲਾ ਤਾਂ ਨਹੀਂ ਉਸ ਵੈੜੀ ਨੂੰ? ਭਾਜੀ ਉਹਨਾਂ ਤੱਕ ਵੈੜੀ ਦੀ ਨਵੀਂ ਹੁੰਦੀ ਨਹੀਂ ਜਿੰਨਾ ਤੱਕ ਉਹਦੀ ਉਮਰ ਪੂਰੀ ਨਾ ਹੋਵੇ। ਘੱਟ ਤੋਂ ਭਾਵੇਂ ਘੱਟ ਵੈੜਾ ਕਿੱਡਾ ਵੀ ਚੰਗਾ ਹੋਵੇ, ਭਾਵੇਂ ਕਿੱਡਾ ਉਹ ਤੇਜ਼ ਹੋਵੇ, ਵੈੜੀਆਂ ਨਹੀਂ ਖਲੋਂਦੀਆਂ ਨਾ ਨੇੜੇ ਹੀ ਆਉਣ ਦਿੰਦੀਆਂ। ਜ਼ਬਰਦਸਤ। ਘੱਟ ਤੋਂ ਘੱਟ ਵੈੜੀ ਜਿਹੜੀ ਹੈ ਉਹ ਕਦੋਂ ਕੁ ਨਵੀਂ ਹੋਣੀ ਚਾਹੀਦੀ ਹੈ? ਉਹ ਜਿਹੜੀ ਆ ਨਾ ਹੁਣ ਆਸਟ੍ਰੇਲੀਅਨ ਆਈਆਂ, ਇਹਨਾਂ ਨੂੰ ਤਾਂ ਦੁੱਧ ਪਿਆਈਏ ਤੇ 10 ਮਹੀਨਿਆਂ ਬਾਅਦ ਵੀ ਨਵੀਆਂ ਹੋ ਜਾਂਦੀਆਂ ਨੇ। ਠੀਕ ਹੈ। ਤੇ ਜਿਹੜੀਆਂ ਦੇਸੀ ਨੇ ਦੁੱਧ ਘੱਟ ਪੀਤੇ ਆ ਉਹ 2 ਸਾਲ ਬਾਅਦ 2.5 ਸਾਲ ਬਾਅਦ ਨਵੀਆਂ ਹੁੰਦੀਆਂ ਨੇ, 18 ਮਹੀਨਿਆਂ ਬਾਅਦ, 1.5 ਸਾਲ ਬਾਅਦ ਵੀ। ਅਗਰ ਸੇਵਾ ਕੀਤੀ ਹੋਏ ਵੈੜੀ ਦੀ ਜਾਂ ਫਿਰ ਝੋਟੀ ਦੀ, ਦੋਵਾਂ ਦਾ ਵੱਖਰਾ ਵੱਖਰਾ ਦੱਸਣਾ ਜੇ ਕਿ ਘੱਟ ਤੋਂ ਘੱਟ ਕਿੰਨਾ ਕੋ ਟਾਈਮ ਲੈਣ? ਜਿਹੜੀ ਹੈ ਨਾ ਵੈੜੀ, ਉਹ ਤੇ ਤਕਰੀਬਨ ਸਹੀ ਸੇਵਾ ਕੀਤੀ ਜਾਏ ਤੇ 15 ਕੁ ਮਹੀਨਿਆਂ ਬਾਅਦ, 18 ਮਹੀਨਿਆਂ ਬਾਅਦ ਨਵੀਂ ਹੋ ਜਾਂਦੀ ਹੈ। ਤੇ ਝੋਟੀ? ਝੋਟੀ ਜਿਹੜੀ ਹੈ ਬੜੀ ਵੀ ਸੇਵਾ ਕਰੀਏ ਤੇ 2 ਸਾਲ ਤੋਂ ਬਾਅਦ। 2 ਸਾਲ ਤੋਂ 2 ਸਾਲ ਲੱਗ ਜਾਂਦੇ ਨੇ। ਤੇ ਅਗਰ ਇਸ ਤੋਂ ਉੱਤੇ ਜਾਂਦੇ ਨੇ ਤਾਂ ਫਿਰ ਫਾਰਮਰ ਨੂੰ ਨੁਕਸਾਨ ਹੈ? ਹਾਂਜੀ ਫਿਰ ਠੀਕ ਹੋ ਗਿਆ, ਇਹ ਗੱਲ ਕਲੀਅਰ ਹੋ ਗਈ। ਦੂਸਰਾ ਇਹ ਦੱਸਿਓ ਕਿ ਜਿਹੜਾ ਮੈਂ ਪੁੱਛਿਆ ਕਿ ਅਗਰ ਉਹ ਬਣ ਗਈ ਹੈ ਨਵੀਂ, ਉਹਨੇ ਘਰ ਛੜਿਆ ਤੇ ਉਹਦੇ ਪੁਸ਼ਤ ਵਿੱਚੋਂ ਕੋਈ ਗੰਦ ਜਾਂ ਖੂਨ ਵਗੈਰਾ ਨਿਕਲਦਾ, ਕੋਈ ਮਸਲਾ ਤਾਂ ਨਹੀਂ ਉਸ? ਨਹੀਂ, ਮਸਲਾ ਜਿਹੜਾ ਨਾ ਏਡਾ ਜ਼ਿਆਦਾ ਨਹੀਂ ਹੈ ਤੇ ਪਰ ਹੈ ਸਹੀ ਹੈ, ਥੋੜਾ ਬੜਾ ਮਸਲਾ ਹੈ ਸਹੀ ਉਹਨੂੰ। ਇਹ ਵੇ ਅਗਰ ਉਹ ਬੱਚੀ ਦੀ ਉਮਰ ਬਿਲਕੁਲ ਘਾਟੇ ਉਹ ਬੱਚੇਦਾਨੀ ਨੂੰ ਮਸਲਾ ਉਹਦਾ ਬਣ ਜਾਂਦਾ। ਠੀਕ ਹੋ ਗਿਆ। ਪੌਣ ਮਾਰਦੇ ਨੇ ਕੁਝ ਜਾਨਵਰ, ਜਿਸ ਤਰ੍ਹਾਂ ਲਕੋਰੀਆ ਕਹਿੰਦੇ, ਔਰਤ ਨੂੰ ਮਰਦ ਨੂੰ ਇਹੀ ਜਰਿਆਨ ਕਰਨੇ, ਉਹਨਾਂ ਦੇ ਵਿੱਚੋਂ ਲਿਕੁਇਡ ਨਿਕਲਦਾ, ਉਹਦਾ ਕੀ ਇਲਾਜ ਕਰੀਏ? ਉਹਨੂੰ ਪੌਣ ਮਾਰਨਾ ਕਹਿੰਦੇ ਨੇ। ਇਹ ਜਿਹੜਾ ਬੱਚਿਆਂ ਦਾ ਨਿਕਲਦਾ ਨਾ, ਪੌਣ ਮਾਰਦੀਆਂ ਨੇ ਜਾਂ ਇਹ ਉਹ ਗਰਮੀ ਦੀ ਵਜ੍ਹਾ ਤੋਂ ਮਾਰਦੀਆਂ। ਉਹਦਾ ਇਲਾਜ ਕੀ ਕਰੀਏ? ਉਹਦਾ ਇਲਾਜ ਤੇਲ ਵੀ ਹੋ ਸਕਦਾ, ਗਾਂ ਤੇ ਤੇਲ ਸਰੋਂ ਦਾ ਦੇਣਾ ਹੀ ਨਹੀਂ ਚਾਹੀਦਾ। ਠੀਕ ਹੈ, ਉਹਨੂੰ ਮਸ਼ਪੂਰ ਦਿਓ। ਅੱਛਾ। ਠੀਕ ਹੈ ਜੀ। ਨਾਲ ਤਰਕੋਨੇ, ਇਹ ਜਿਹੜਾ ਤਾਰਾ ਮੀਰਾ ਜਿਹਨੂੰ ਆਂਦੇ ਨੇ, ਜਵਾਂ ਜਿਹਨੂੰ ਆਂਦੇ ਨੇ, ਇਹਨੂੰ ਦਲ ਲਓ। ਠੀਕ ਹੈ, ਵਿੱਚ ਲੱਸੀ ਪਾ ਲਓ, ਕੱਚਾ ਭਾਂਡਾ ਲਓ ਇੱਕ, ਉਹਦੇ ਵਿੱਚ 2 ਕਿਲੋ ਲੱਸੀ ਸੱਟੋ, 2 ਕਿਲੋ ਤਰਕੋਨੇ, 2 ਕਿਲੋ ਤਾਰਾ ਮੀਰਾ, ਉਹਨੂੰ 3 ਤੋਂ 4 ਦਿਨ ਬੰਦ ਰਹਿਣ ਦਿਓ। ਉਹ ਤਰਕੀਰਾ ਬਣ ਜਾਏਦਾ। ਉਹਦੇ ਵਿੱਚੋਂ 2 ਨਾਲਾਂ ਸਵੇਰ, 2 ਨਾਲਾਂ ਸ਼ਾਮ ਨੂੰ ਦੇਣੀਆਂ ਤੇ 2 ਨਾਲਾਂ ਸਵੇਰ ਤੇ 2 ਨਾਲਾਂ ਸ਼ਾਮ ਨੂੰ ਉਹਦੇ ਵਿੱਚ ਪਾਣੀ ਪਾ ਦੇਣਾ। ਉਹਨੂੰ 40 ਦਿਨ ਦੇਣਾ। ਉਹ ਬਿਲਕੁਲ ਗਰਮੀ ਵੀ ਖਤਮ ਹੋ ਜਾਏਗੀ। ਜਿਹੜੀਆਂ ਗਾਵਾਂ ਜੀ ਬਾਹਰ ਕੱਢ ਛੱਡਦੀਆਂ ਨਾ ਤੇ ਔਂਕਦੀਆਂ ਨੇ, ਉਹਨਾਂ ਵਾਸਤੇ ਇਹ ਬੜਾ ਅੱਛਾ ਕੰਮ ਹੈ। ਤੇ ਜਿਹੜੀਆਂ ਗਰਮ ਹੋ ਜਾਂਦੀਆਂ ਨਾ ਵੈੜੀਆਂ, ਉਹਨਾਂ ਵਾਸਤੇ ਵੀ। ਤੁਹਾਡੇ ਸਵਾਲ ਤੋਂ ਹੀ ਇੱਕ ਰਿਲੇਟਡ ਸਵਾਲ ਹੈ ਕਿ ਅੱਜ ਕੱਲ ਜਾਨਵਰ ਨੂੰ ਤਾ ਲੱਗ ਜਾਂਦਾ ਧੁੱਪੇ ਖੜਿਆਂ ਬਹੁਤਾ, ਜਾਂ ਫਿਰ ਜਿਹੜੀਆਂ ਗਾਵਾਂ ਨੇ ਉਹ ਗਰਮੀ ਕਰ ਜਾਂਦੀਆਂ ਨੇ। ਕੋਈ ਵੀ ਜਾਨਵਰ ਗਰਮੀ ਕਰੇ ਤਾਂ ਉਹਦਾ ਇਹ ਇਲਾਜ ਹੈ, ਔਰ ਹੋਰ ਉਸ ਤੋਂ ਇਲਾਵਾ ਕੀ ਕਰੀਏ? ਜਿਹੜਾ ਜਾਨਵਰ ਗਾਵਾਂ ਗਰਮੀ ਕਰਦੀਆਂ ਨੇ, ਅਕਸਰ ਜਿਹੜੀਆਂ ਨਾ ਇਹ ਗਾਵਾਂ ਨੂੰ ਹੀ ਗਰਮੀ ਹੈ। ਬਿਲਕੁਲ। ਉਹਨਾਂ ਦੀ ਜਿਨ੍ਹਾਂ ਨੂੰ ਜ਼ਿਆਦਾ ਗਰਮੀ ਹੈ, ਆਸਟ੍ਰੇਲੀਅਨ ਨੇ ਨਸਲ, ਫਰੀਜ਼ੀਅਨ ਨੇ, ਜਰਸੀ ਹੈ, ਇਹਨਾਂ ਨੂੰ ਕੋਸ਼ਿਸ਼ ਇਹ ਕਰੋ ਕਿ ਇਹ ਠੰਡੀ ਜਗ੍ਹਾ ਤੇ ਰਹਿਣ, ਹਵਾ 'ਚ ਰਹਿਣ, ਖੁੱਲੀ। ਜੇ ਖੁੱਲੀ ਹਵਾ ਨਹੀਂ ਹੈ ਫਿਰ ਇਹਦੇ ਉੱਤੇ ਪੱਖਾ ਲੱਗਿਆ ਹੋਣਾ ਚਾਹੀਦਾ। ਤੇ ਜੇ ਜ਼ਿਆਦਾ ਗਰਮੀ ਕਰਦੀਆਂ ਨੇ ਤੇ ਫਿਰ ਉਹਨਾਂ ਨੂੰ ਜਵਾਂ ਭੁੰਨ ਕੇ, ਉਹਨੂੰ ਦਲਾ ਕੇ, ਉਹਨੂੰ ਚਾਟੀ 'ਚ ਪਾ ਕੇ, ਕੱਚੇ ਭਾਂਡੇ 'ਚ ਵਿੱਚ ਤਰਕੋਨੇ ਪਾ ਕੇ, ਵਿੱਚ ਸ਼ੱਕਰ ਪਾ ਕੇ, ਵਿੱਚ ਲੱਸੀ ਪਾ ਕੇ, ਉਹਦਾ ਤਰਕੀਰਾ ਬਣਾ ਕੇ 2 ਨਾਲਾਂ ਸਵੇਰ, 2 ਨਾਲਾਂ ਸ਼ਾਮ ਨੂੰ ਦਿਓ। ਉਹਨਾਂ ਵਿੱਚ ਪਾਣੀ ਪਾ ਦਿਓ, 40 ਦਿਨ ਉਹ ਦਿਓ, ਬਿਲਕੁਲ ਸੈੱਟ ਹੋ ਜਾਏ। ਤੇ ਜਿਹੜਾ ਧੁੱਪੇ ਅਸੀਂ ਜਾਨਵਰ ਚਰਾਉਂਦੇ ਅੱਜ ਕੱਲ, ਅਕਸਰ ਲੋਕ ਚਰਾਉਂਦੇ ਨੇ ਪਏ, ਜੂਆਂ 'ਚ ਜਾਨਵਰ ਚਰਦੇ ਨੇ ਪਏ। ਹਾਂਜੀ। ਇੱਕ ਤੇ ਇਹ ਦੱਸਿਓ ਕਿ ਗਰਮੀ ਤੋਂ ਬਚਾਉਣ ਲਈ ਕੀ ਕਰੀਏ, ਕਦੋਂ ਕੁ ਪਾਣੀ ਪਿਲਾਈਏ, ਔਰ ਦੂਸਰਾ ਦੱਸਿਓ ਕਿ ਧੁੱਪ ਦੀ ਵਜ੍ਹਾ ਨਾਲ ਦੁੱਧ ਤੇ ਨਹੀਂ ਘਟਾਈ ਜਾਂਦੀਆਂ? ਭਾਜੀ ਜਿਹੜੇ ਜਾਨਵਰ ਸਾਡੇ ਪਾਕਿਸਤਾਨ ਦੇ ਵਿੱਚ ਚਰਦੇ ਨੇ ਨਾ, ਚਰਦੇ ਹੀ ਉਹ ਨੇ ਜਿਨ੍ਹਾਂ ਨੂੰ ਗਰਮੀ ਨਹੀਂ ਹੈ। ਠੀਕ ਹੋ ਗਿਆ। ਜਿਨ੍ਹਾਂ ਨੂੰ ਗਰਮੀ ਹੈ ਉਹ ਤੇ ਧੁੱਪੇ ਜਾ ਹੀ ਨਹੀਂ ਸਕਦੇ, ਨਾ ਉਹ ਚਰ ਸਕਦੇ ਨੇ। ਉਹ ਤੇ 2 ਮੂੰਹ ਮਾਰਨ ਦੇ, ਤੀਸਰੇ ਮੂੰਹ ਨਸ ਜਾਣ ਦੇ, ਪਰਾਂ ਛਾਲ ਕਿਧਰੇ, ਉਹ ਨਹੀਂ ਚਰ ਸਕਦੇ। ਸਹੀ ਹੋ ਗਿਆ। ਹੁਣ ਇੱਕ ਸਕੀਮ ਦੱਸ ਦਿਓ ਕਿ ਅੱਜ ਕੱਲ ਜਿਹਨੂੰ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਜ਼ਿਆਦਾ ਤੋਂ ਜ਼ਿਆਦਾ ਔਰ ਘੱਟ ਤੋਂ ਘੱਟ ਕਿੰਨਾ ਜਾਨਵਰ ਨੂੰ ਚਰਾਉਣਾ ਚਾਹੀਦਾ? ਚਰਾਉਣਾ ਤੇ ਉਹਨੂੰ ਤਕਰੀਬਨ ਸਵੇਰ ਤੁਸੀਂ 7 ਵਜੇ, ਅੱਜ ਕੱਲ ਤਰੇਲ ਬੜੀ ਘੱਟ ਹੈ, 7 ਵਜੇ ਤੋਂ 10 ਵਜੇ ਤੱਕ 3 ਕੁ ਘੰਟੇ ਉਹਨੂੰ ਚਰਾ ਲਓ। ਫਿਰ ਉਹਨੂੰ ਠੰਡੀ ਜਗ੍ਹਾ ਤੇ ਕਿਧਰੇ ਛਾਂ 'ਚ, ਜਾਂ ਫਾਰਮ ਤੁਹਾਡਾ ਬਣਿਆ ਉੱਤੇ ਪੱਖੇ ਲੱਗੇ ਨੇ, ਉੱਥੇ ਵਾੜ ਦਿਓ। ਪਾਣੀ ਵਿੱਚ ਖੁੱਲਾ ਹੋਵੇ, ਆਪਣੀ ਮਰਜ਼ੀ ਨਾਲ ਪੀਣ। ਜਿਨ੍ਹਾਂ ਜਾਨਵਰਾਂ ਦਾ ਦੁੱਧ ਘਟ ਜਾਂਦਾ ਹੈ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪਾਣੀ ਘੱਟ ਪੀਣ ਨਾਲ। ਐਵਰੇਜ ਦੱਸਿਓ ਕਿ ਅੱਜ ਕੱਲ ਦੇ ਦੌਰ 'ਚ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਪੈ ਰਹੀ ਹੈ, ਜਾਨਵਰ ਨੂੰ ਕਿੰਨੇ ਲੀਟਰ ਘੱਟ ਤੋਂ ਘੱਟ ਦਿਹਾੜੀ ਦਾ ਪਾਣੀ ਪਿਲਾਉਣਾ ਚਾਹੀਦਾ ਹੈ? ਜਾਨਵਰ ਜਿਹੜਾ ਨਾ ਪਾਣੀ ਜੇ ਤੁਹਾਨੂੰ ਆਪਣੀ ਮਰਜ਼ੀ ਨਾਲ ਲੱਭੇ ਤੇ ਉਹ ਦੁੱਧ ਘਟਦਾ ਹੀ ਨਹੀਂ ਗਰਮੀ 'ਚ। ਬਿਲਕੁਲ ਸਹੀ ਕਹਿ ਰਹੇ ਹੋ। ਠੀਕ ਹੈ। ਤੇ ਜਿਹੜਾ ਜਾਨਵਰ ਵੱਝੇ ਆ ਨਾ, ਉਹਨੂੰ 4 ਤੋਂ 5 ਦਫਾ ਉਹਨੂੰ ਪਾਣੀ ਪਿਆਣਾ ਚਾਹੀਦਾ। ਠੀਕ ਹੋਈ ਹੈ। 2 ਘੁੱਟ ਪੀਵੇ, ਉਹ ਜ਼ਿਆਦਾ ਪੀਵੇ, ਜਿੰਨਾ ਵੀ ਪੀਵੇ ਆਪਣੀ ਮਰਜ਼ੀ ਨਾਲ ਪੀ ਲੇ। ਬੰਦੇ ਨੂੰ ਪਿਆਸ ਲੱਗਦੀ ਹੈ ਤੇ ਬੰਦਾ ਜਿਹੜਾ ਨਾ 2 ਮਿੰਟ ਵੀ ਸਬਰ ਨਹੀਂ ਕਰ ਸਕਦਾ, ਤੇ ਇਹ ਤੇ ਬੇਜ਼ੁਬਾਨ ਨੇ। ਸਹੀ ਹੋ ਗਿਆ। ਜਿਹੜਾ ਖੁੱਲਾ ਹੈ ਨਾ ਜਾਨਵਰ, ਉਹਦਾ ਦੁੱਧ ਦੀ ਰੂਟੀਨ 3 ਕਿਲੋ ਦੀ, 2.5 ਕਿਲੋ ਦੀ ਜ਼ਿਆਦਾ ਹੈ, ਵੱਝੇ ਦੀ ਘੱਟ ਹੈ। ਤੇ ਜ਼ਰਾ ਲੀਟਰ ਦੇ ਵਿੱਚ ਅਗਰ ਤੁਸੀਂ ਅੰਦਾਜ਼ਨ ਦੱਸ ਸਕਦੇ ਹੋ ਕਿ ਘੱਟ ਤੋਂ ਘੱਟ ਪਾਣੀ ਜਿਹੜਾ ਨਾ ਇਸ ਤੋਂ ਥੱਲੇ ਨਹੀਂ ਜਾਣਾ ਚਾਹੀਦਾ ਤਾਂ ਕਿ ਜਾਨਵਰ ਨੂੰ ਨੁਕਸਾਨ ਨਾ ਹੋਏ, ਕਿੰਨਾ ਪਿਲਾਈਏ ਉਹਨੂੰ? ਜਾਨਵਰ ਨੂੰ ਪਾਣੀ ਕੋਸ਼ਿਸ਼ ਤੇ ਕਰੋ, ਜ਼ਬਰਦਸਤੀ ਤੇ ਤੁਸੀਂ ਪਿਆ ਨਹੀਂ ਸਕਦੇ। ਦਿਨ 'ਚ 3 ਘੰਟਿਆਂ ਬਾਅਦ ਗਰਮੀ 'ਚ ਉਹਨੂੰ ਪਾਣੀ ਪਿਆਓ, ਜਿੰਨਾ ਉਹ ਆਪਣੀ ਮਰਜ਼ੀ ਨਾਲ ਪੀ ਲੇ। ਠੀਕ ਹੋ ਗਿਆ। ਬਾਜ਼ ਗਾਦ ਜਾਨਵਰ ਚਰਦਾ ਜਾਂ ਖਲੋਤਾ ਕੋਈ ਚੀਜ਼ ਲੰਘਾਈ ਜਾਂਦਾ, ਕੋਈ ਰੱਸੀ ਜਾਂ ਛਾਪਰ ਜਾਂ ਫਿਰ ਲੋਹਾ,
ਜਾਂ ਲੱਕੜੀ, ਉਸ ਜਾਨਵਰ ਦਾ ਕੀ ਇਲਾਜ ਕਰੀਏ? ਭਾਈ ਜਾਨ ਬਾਹਰ ਸ਼ਹਿਰਾਂ ਦੇ ਵਿੱਚ ਤੁਸੀਂ ਗਾਵਾਂ ਫਿਰਦੀਆਂ ਵੇਖੀਆਂ ਹੋਣੀਆਂ ਨੇ, ਬਿਲਕੁਲ ਛਾਪਰਾਂ ਦੇ ਛਾਪਰ ਖਾ ਜਾਂਦੀਆਂ ਨੇ, ਠੀਕ ਹੈ, ਉਹ ਆਪਣੇ ਆਪ ਹੀ ਬਾਹਰ ਆ ਜਾਂਦਾ ਹੈ। ਇਹ ਅੱਲਾਹ ਪਾਕ ਦਾ ਇੱਕ ਨਿਜ਼ਾਮ ਹੈ, ਠੀਕ ਹੈ, ਇਹ ਉਹਦੀਆਂ ਉਹ ਹੀ ਜਾਣਦਾ। ਹਾਂ ਇੱਕ ਗੱਲ ਹੈ ਵੇ, ਜਿਹੜਾ ਲੋਹਾ ਖਾ ਜਾਂਦਾ ਨਾ ਜਾਨਵਰ, ਉਹ ਅੱਲਾਹ ਪਾਕ ਕੇ ਜਾਨਵਰ ਦੇ ਮਿਹਦੇ ਦੇ ਵਿੱਚ ਉਂਝ ਹੀ ਗਾਲ ਦਿੰਦਾ। ਔਰ ਲੱਕੜੀ ਜਿਹੜੀ ਅੱਗੇ ਹੀ ਗਲੀ ਹੁੰਦੀ ਹੈ, ਲੱਕੜੀ ਦਾ ਕੋਈ ਇਸ਼ੂ ਨਹੀਂ। ਛਾਪਰ ਨਹੀਂ ਗਲਦਾ, ਉਹ ਸਾਬਤ ਬਾਹਰ ਨਿਕਲਦੇ ਨੇ, ਨਿਕਲਦੇ ਸਾਬਤ ਨੇ, ਛਾਪਰ ਗਲਦਾ ਨਹੀਂ ਹੈ, ਨਿਕਲ ਜਾਂਦੇ ਨੇ। ਉਹ ਕੋਈ ਨਾ 100 ਚੋਂ ਇੱਕ ਜਾਨਵਰ ਤੇ ਉਹ ਬੰਦਾ ਵੀ ਰੋਟੀ ਰੋਜ਼ ਉਹ ਹੀ ਖਾਂਦਾ, ਉਹਦੇ ਨਾਲ ਮਸਲਾ ਬਣ ਜਾਂਦਾ। ਸਹੀ ਹੋ ਗਿਆ। ਅੱਛਾ, ਇੱਕ ਬੜਾ ਅਹਿਮ ਮਸਲਾ ਪੇਸ਼ ਆ ਰਿਹਾ ਕਿ ਜਾਨਵਰ ਚਾਰਾ ਵੀ ਖਾਂਦਾ ਹੈ, ਸਭ ਕੁਝ ਕਰਦਾ ਹੈ, ਲੇਕਿਨ ਉਹ ਸੁੱਕਦਾ ਹੀ ਸੁੱਕਦਾ ਜਾਂਦਾ ਹੈ। ਉਹਨੂੰ ਸੋਕੜਾ ਕਹਿੰਦੇ ਨੇ, ਮਿੱਠਾ ਜ਼ਹਿਰਬਾਦ, ਕੋੜਾ ਜ਼ਹਿਰਬਾਦ। ਉਹਦਾ ਕੀ ਇਲਾਜ ਕਰੀਏ? ਉਹਦਾ ਇਲਾਜ ਜਿਹੜਾ ਨਾ, ਉਹਨੂੰ ਲੂਣ ਮਿਰਚ ਨਹੀਂ ਮਿਲਦਾ, ਉਹਦੀ ਕੈਲਸ਼ੀਅਮ ਨਹੀਂ ਪੂਰੀ ਹੁੰਦੀ, ਉਹ ਤਾਂ ਸੁੱਕਦਾ। ਜਾਨਵਰ ਨੂੰ ਚਾਹੀਦਾ 8 ਦਿਨਾਂ ਦੇ ਵਿੱਚ ਇੱਕ ਵਾਰੀ ਮਿਰਚ ਤੇ ਲੂਣ ਜ਼ਰੂਰ ਦੇਣਾ। ਸਬਜ਼ ਮਿਰਚ ਦਿਓ, ਨਾਲ ਨਮਕ ਦਿਓ। ਅਗਰ ਉਹ ਤੁਸੀਂ ਨਹੀਂ ਦੇ ਸਕਦੇ, ਨਾਲ ਦੇ ਵਿੱਚ ਘੋਲੋ ਮਿਰਚਾਂ ਤੇ ਉਹਦੇ ਅੰਦਰ ਲਾ ਦਿਓ, ਨਮਕ ਵੀ ਥੋੜਾ ਘੋਲੋ ਉਹਦੇ ਅੰਦਰ ਲਾ ਦਿਓ। ਇਸ ਤਰ੍ਹਾਂ ਵੀ ਨਹੀਂ ਕਰ ਸਕਦੇ, ਜਿਹੜਾ ਵੰਡਾ ਪਾਉਂਦੇ ਹੋ ਥੋੜੀ ਜਿਹੀ ਮਿਰਚ ਤੇ ਥੋੜਾ ਜਿਹਾ ਨਮਕ ਰੋਜ਼ ਉਹਦੇ ਪਾ ਦਿਓ ਚਾਰੇ 'ਚ, ਵੰਡੇ 'ਚ। ਠੀਕ ਹੈ, ਖਾ ਜੇ ਤਾਂ ਸਹੀ ਹੋ ਗਿਆ। ਇਸ ਤੋਂ ਇੱਕ ਇਲਾਵਾ ਦਿਨ ਨਹੀਂ ਖਾਏਦਾ, 2 ਦਿਨ ਨਹੀਂ ਖਾਏਦਾ, ਤੀਸਰੇ ਦਿਨ ਲੱਗ ਜਾਏਗਾ। ਤੇ ਉਹਦੀ ਵਜ੍ਹਾ ਕੀ ਹੁੰਦੀ ਜਿਹੜਾ ਉਹ ਸੋਕੜਾ ਉਹਨੂੰ ਹੋ ਜਾਂਦਾ ਹੈ, ਇੱਕਦਮ ਸੁੱਕ ਜਾਂਦਾ ਹੈ? ਭਾਜੀ ਉਹ ਕੈਲਸ਼ੀਅਮ ਦੀ ਵਜ੍ਹਾ ਤੋਂ ਸੁੱਕਦਾ, ਜਾਂ ਪਾਣੀ ਲਾਗ ਹੁੰਦਾ, ਇੱਕ ਇਲਾਕੇ 'ਚ ਜਾਂਦਾ, ਦੂਸਰੇ ਇਲਾਕੇ 'ਚ ਜਾਂਦਾ, ਉਹਨੂੰ ਪਾਣੀ ਨਹੀਂ ਸਿਖਾਉਂਦਾ। ਬਦ ਹਜ਼ਮੀ ਤੇ ਛੁੜਕਣ ਦਾ ਕੀ ਇਲਾਜ ਕਰੀਏ? ਬਦ ਹਜ਼ਮੀ ਜਿਹੜਾ ਜਾਨਵਰ ਹੁੰਦੀ ਹੈ ਉਹਨੂੰ ਪਿਆਸ ਦਿਓ, ਤੇ ਜਿਹੜਾ ਜਾਨਵਰ ਨਹੀਂ ਛੁੜਕਦਾ ਬਈ ਉਹਨੂੰ ਮਸਲਾ ਕਬਦ ਹੈ, ਉਹਨੂੰ ਜ਼ਿਆਦਾ ਸਖਤ ਗੋਇਆ ਕਰਦਾ, ਉਹਨੂੰ ਦਵਾਈ ਦਿਓ ਨਿਲਜ਼ੈਨ ਆਈ ਸੀ ਆਂ ਦੀ, ਉਹਦੇ ਨਾਲ ਛੁੜਕ ਜਾਏਗਾ। ਔਰ ਅਗਰ ਪਹਿਲੇ ਹੀ ਛੁੜਕਿਆ, ਪਾਣੀ ਵਗੈਰਾ ਗੋਇਆ ਕਰਦਾ ਪਿਆ, ਤਾਂ ਫਿਰ ਉਹਨੂੰ ਚੌਲਾਂ ਦੀ ਪਿੱਛ ਦਿਓ। ਠੀਕ ਹੈ, ਹਾਂਜੀ ਸਹੀ ਹੋ ਜਾਏਗਾ। ਠੀਕ ਹੋ ਗਿਆ। ਚੌਲ ਬਾਲ ਕੇ ਜਿਹੜੀ ਤੂੰ ਪਿੱਛ ਲੈਂਦੀ ਹੈ ਨਾ, ਉਹ 2-3 ਵਾਰੀ ਦਿਓ, ਸਹੀ ਹੋ ਜਾਏਗਾ। ਇੱਕ ਸਵਾਲ ਪੁੱਛਦੇ ਨੇ ਲੋਕ ਸਾਨੂੰ ਕਿ ਬੜੇ ਸਾਰੇ ਫਾਰਮਰ ਕਹਿੰਦੇ ਨੇ ਕਿ ਜਾਨਵਰ ਨੂੰ ਗੁੜ ਦੇਵੋ, ਕੁਛ ਕਹਿੰਦੇ ਨੇ ਗਰਮੀ ਦੇ ਵਿੱਚ ਗੁੜ ਨਹੀਂ ਦੇਣਾ ਚਾਹੀਦਾ, ਤੁਹਾਡਾ ਕੀ ਖਿਆਲ ਹੈ? ਭਾਜੀ ਗਰਮੀ 'ਚ ਗੁੜ ਕੁਛ ਵੀ ਨਹੀਂ ਆਉਂਦਾ ਜਾਨਵਰਾਂ ਨੂੰ, ਬੇਸ਼ੱਕ ਰੋਜ਼ ਦਿਓ, ਪਰ ਲੈ ਵੇ ਗੁੜ ਉਸ ਹਿਸਾਬ ਦਾ ਦਿਓ ਤੁਹਾਡੇ ਡੰਗਰ ਨੂੰ ਜ਼ਹਿਰ ਬਾਤ ਨਾ ਹੋ ਜਾਏ। ਠੀਕ ਹੋ ਗਿਆ। ਗੁੜ ਦੇ ਨਾਲ ਜ਼ਹਿਰ ਵੀ ਹੋ ਜਾਂਦਾ, ਗੁੜ ਨਾਲ ਜ਼ਹਿਰ ਹੁੰਦਾ। ਬਾਜ਼ ਕਦੇ ਨਵੇਂ ਲੋਕ ਹੁੰਦੇ ਨੇ, ਉਹਨਾਂ ਨੂੰ ਜਾਨਵਰ ਦਾ ਜੋ ਸੂਣ ਲੱਗਦਾ ਉਹਦਾ ਹਵਾਨਾ ਬਣਾਉਣ ਦਾ ਤਰੀਕਾ ਨਹੀਂ ਪਤਾ ਹੁੰਦਾ ਕਿ ਇਹਨੂੰ ਕਿਹੜੀ ਕਿਹੜੀ ਸ਼ੈ ਦੀ ਇਹਦਾ ਹਵਾਨਾ ਬਣੇ। ਇਹ ਜ਼ਰਾ ਕਲੀਅਰ ਕਰਿਓ ਕਿ ਜਾਨਵਰ ਦਾ ਹਵਾਨਾ ਚੱਡਾ ਵੱਡਾ ਕਰਨ ਵਾਸਤੇ, ਦੁੱਧ ਵਧਾਉਣ ਵਾਸਤੇ ਕੀ ਅਸੀਂ ਉਹਨੂੰ ਫਾਰਮੂਲਾ ਲਾਈਏ? ਭਾਜੀ ਜਿਹੜੀ ਹਕੀਕਤ ਹੈ ਨਾ ਜੀ, ਜਿਹੜਾ ਚੱਡਾ ਬਣਾਇਆ ਹੈ ਅੱਲਾਹ ਪਾਕ ਨੇ ਬਣਾਇਆ ਤੇ ਨਸਲਾਂ ਦਾ ਬਣਾਇਆ। ਬਿਲਕੁਲ, ਜੇ ਤੇ ਚੱਡੇ ਵੱਡੇ ਹੋਣ ਲੱਗਣ ਨਾ ਤੇ ਫਿਰ ਦੇਸੀ ਗਾਵਾਂ ਦੇ ਵੀ ਚੱਡੇ ਆਪਣੇ ਆਪ ਲੈ ਕੇ ਤੇ ਟੋਰ ਨਾ ਸਕਣ, ਦੇਸੀ ਮੱਝਾਂ ਵੀ ਆਪਣੇ ਚੱਡੇ ਨਾਲ ਲੈ ਕੇ ਟੋਰ ਸਕਣ, ਭੈੜੀਆਂ ਜਿਹੜੀਆਂ ਨੇ, ਫਿਰ ਉਹ ਸਾਰੇ ਫਾਰਮੂਲੇ ਲਾ ਕੇ ਚੱਡੇ ਵੱਡੇ ਕਰ ਲੈਣ। ਚੱਡੇ ਨਸਲਾਂ ਨਾਲ ਹੀ ਬਣਦੇ ਨੇ, ਨਸਲਾਂ ਜਿਹੜੀਆਂ ਨੇ ਉਹ ਨਸਲਾਂ ਹੀ ਨੇ, ਨਸਲਾਂ ਨਾਲ ਚੱਡੇ ਵੱਡੇ ਹੁੰਦੇ ਨੇ, ਨਸਲਾਂ ਹੀ ਦੁੱਧ ਦਿੰਦੀਆਂ ਨੇ। ਜਿਹੜੀਆਂ ਭੈੜੀਆਂ ਨਸਲਾਂ ਨੇ ਉਹਨਾਂ ਦੁੱਧ ਕਿੱਥੋਂ ਦੇਣਾ? ਨਾ ਚੱਡੇ, ਜੇ ਫਾਰਮੂਲਿਆਂ ਨਾਲ ਚੱਡੇ ਵੱਡੇ ਹੋਣ ਤੇ ਫਿਰ ਕਿਸੇ ਦੀ ਮੱਝ ਗਾਂ ਦਾ ਚੱਡਾ ਛੋਟਾ ਨਾ ਹੋਵੇ, ਸਾਰੀਆਂ ਦੇ ਵੱਡੇ ਹੀ ਹੋਣ। ਤੁਹਾਡੀ ਨਜ਼ਰ 'ਚ ਫਿਰ ਚੱਡੇ ਦੇ ਜਿਹੜਾ ਮਾਮਲਾ ਇਹ ਨਸਲਾਂ ਦੇ ਆ ਕੇ, ਇਹ ਨਸਲਾਂ ਦੇ ਬਾਜ ਮੁੱਕਦਾ। ਠੀਕ ਹੋ ਗਿਆ। ਮੱਝ ਕਿੰਨੇ ਸੂਏ ਕੋਲ ਰੱਖਣੀ ਚਾਹੀਦੀ ਹੈ? ਮੱਝ ਭਾਵੇਂ 10 ਸੂਏ ਰੱਖ ਲਓ, ਤੁਹਾਡੀ ਸਾਂਭ ਜ਼ਿਆਦਾ, 15 ਸੂਏ ਰੱਖ ਲਓ, 12 ਰੱਖ ਲਓ, 7 ਰੱਖ ਲਓ, 5 ਰੱਖ ਲਓ। ਬਿਹਤਰ ਕੀ ਹੁੰਦਾ ਕਿ ਕਿੰਨੇ ਸੂਏ ਬਾਅਦ ਮੱਝ ਕੱਢ ਛੜੀਏ? ਜਿੰਨੇ ਦੇਰ ਤੱਕ ਤੁਸੀਂ ਉਹਦੀ ਪਰਵਰਿਸ਼ ਸਹੀ ਕਰੋ ਦੇ, ਸਾਂਭ ਸਹੀ ਕਰੋ ਦੇ, ਉਹਨੇ ਸੂਬੇ ਉਹ ਸੂ ਸਕਦੀ ਹੈ, ਮੱਝ ਨੂੰ ਕੋਈ ਮਸਲਾ ਨਹੀਂ ਹੈ। 10 ਸੂਬੇ ਵੀ ਸੂ ਸਕਦੀ ਹੈ, 12 ਵੀ ਸੂ ਸਕਦੀ ਹੈ, 15 ਵੀ ਸੂ ਸਕਦੀ ਹੈ। ਸਹੀ ਹੈ, ਹਰ ਬੰਦੇ ਦਾ ਨੁਕਤਾ ਨਜ਼ਰ, ਗੱਲਬਾਤ ਅਲੱਗ ਹੁੰਦੀ ਹੈ, ਉਹਦੀ ਸੋਚ ਅਲੱਗ ਹੈ। ਭਾਈ ਬੂਟੇ ਕੋਲ ਵੀ ਅਸਾਂ ਪੁੱਛਿਆ, ਤੁਹਾਡੇ ਕੋਲ ਪੁੱਛਨੇ ਆ, ਸਾੜੂ ਦਾ ਔਰ ਥਣਾ ਦੇ ਜਿਹੜੇ ਪ੍ਰੋਬਲਮਸ ਨੇ ਉਹਦੇ ਬਾਰੇ ਸਾਨੂੰ ਜ਼ਰਾ ਰੋਸ਼ਨੀ ਪਾਓ ਕਿ ਇਹ ਮਾਮਲਾਤ ਕੀ ਹੁੰਦੇ ਨੇ, ਕਿਉਂਕਿ ਲੋਕ ਥਣਾ ਦੇ ਹਵਾਲੇ ਨਾਲ ਬੜੇ ਪਰੇਸ਼ਾਨ ਨੇ। ਭਾਜੀ ਸਾਰਿਆਂ ਤੋਂ ਪਹਿਲਾਂ ਤੇ ਥਣ ਖਰਾਬ ਹੁੰਦੇ ਨੇ ਜਿਹੜੇ ਮਸਾਲਾ ਨਹੀਂ ਮਜਾਂ ਦਿੰਦੇ। ਮਸਾਲੇ ਦੀ ਪਹਿਲੇ ਕਲੀਅਰ ਕਰਿਓ ਕਿ ਕਿਹੜਾ ਦੇਣਾ ਚਾਹੀਦਾ ਹੈ, ਉਹਦੇ 'ਚ ਕੀ ਕੀ ਸ਼ਾਮਲ ਹੋਇਆ, ਕਦੋਂ ਦੇਣਾ ਚਾਹੀਦਾ? ਮਸਾਲਾ ਇਹੀ ਤੇ ਦਿੰਦੇ ਜੇ ਹਰੀ ਮਿਰਚ, ਪਿਆਜ਼ ਅਤੇ ਅਦਰਕ। ਇਹ ਕਿੰਨਾ ਕਿੰਨਾ? ਇਹ ਪਿਆਜ਼ ਜਿਹੜਾ 1 ਕਿਲੋ ਦੇਣਾ ਮੱਝ ਨੂੰ, ਇੱਕ ਨੂੰ, ਠੀਕ ਹੈ। ਇੱਕ ਛਟਾਕੀ ਜਿਹੜੀ ਹਰੀ ਮਿਰਚ ਦੇਣੀ ਹੈ, ਅੱਧ ਪਾ ਜਾਂ ਛਟਾਕੀ ਅਦਰਕ ਦੇਣਾ ਸਰਦੀ 'ਚ, ਠੀਕ ਹੈ। ਅਗਰ ਗਰਮੀ ਹੋਵੇ ਤੇ ਅੱਧੀ ਛਟਾਕੀ ਹਰੀ ਮਿਰਚ ਤੇ ਅੱਧੀ ਛਟਾਕੀ ਅਦਰਕ, ਅੱਧਾ ਕਿਲੋ ਪਿਆਜ਼। ਠੀਕ ਹੋ ਗਿਆ। ਅੱਛਾ, ਇਹ ਕਦੋਂ ਦੇਣਾ ਵੇ ਇਹ ਮਸਾਲਾ? 8 ਦਿਨ ਬਾਅਦ ਦਿਓ, ਤੇ ਤੁਹਾਡੀ ਮੱਝਾਂ ਦੇ ਥਣ ਨਹੀਂ ਖਰਾਬ ਹੋਣਗੇ। ਤੇ ਅਗਰ ਖੁਦਾ ਨਾ ਖਾਸਾ ਥਣ ਖਰਾਬ ਹੋ ਹੀ ਗਿਆ ਤੇ ਫਿਰ ਕਰੀਏ? ਥਣ ਬੜੇ ਕਿਸਮਾਂ ਦੇ ਖਰਾਬ ਹੁੰਦੇ ਨੇ, ਕਿਸੇ ਨੂੰ ਸਾੜੂ ਪੈਂਦਾ, ਬਿਲਕੁਲ, ਕਿਸੇ ਨੂੰ ਮੂੰਹ ਸੜੀ ਹੋ ਜਾਂਦੀ ਹੈ, ਠੀਕ ਹੈ ਜੀ। ਕਿਸੇ ਦਾ ਜਿਹੜਾ ਥਣ ਬਿਲਕੁਲ ਹੀ ਬੰਦ ਹੋ ਜਾਂਦਾ, ਨਾੜ ਪੈ ਜਾਂਦੀ, ਬਿਲਕੁਲ। ਨਾੜ ਦਾ ਕੋਈ ਹੱਲ ਨਹੀਂ, ਨਾੜ ਵਾਲਾ ਜ਼ਾਇਆ ਹੋ ਗਿਆ। ਥਣ 'ਚ ਨਾੜ ਪੈ ਗਈ ਹੈ ਨਾ, ਉਹ ਅੱਲਾਹ ਪਾਕ ਨੂੰ ਨਾ ਪਿਆ ਚੱਲੇ ਤੇ ਪਿਆ ਚੱਲੇ, ਨਹੀਂ ਤੇ ਟੋਟਲ ਬੰਦ ਹੀ ਹੋ ਜਾਂਦੇ ਨੇ। 100 ਚੋਂ 99 ਬੰਦ ਹੋ ਜਾਂਦੇ ਨੇ। ਸਾੜੂ ਜਿਹੜਾ ਉਹ ਠੀਕ ਹੋ ਜਾਂਦਾ ਜੇ ਉਹਨੂੰ ਅਟੇ ਟਾਈਮ ਉਹਦਾ ਹੱਲ ਕੀਤਾ ਜਾਏ ਤੇ, ਬਿਲਕੁਲ। ਉਸੇ ਟਾਈਮ ਉਹਨੂੰ ਘਿਓ ਦਿਓ ਮੱਝ ਨੂੰ, ਕਿਹੜਾ? ਅੱਧਾ ਕਿਲੋ ਘਿਓ ਲਓ, ਮੱਝ ਵੱਡੀ ਹੈ ਤੇ ਉਹਨੂੰ 2 ਟਾਈਮ ਕਰ ਲਓ, ਵਿੱਚ ਕਿਲੋ ਦੁੱਧ ਪਾ ਕੇ ਘਿਓ ਸ਼ਾਮ ਨੂੰ ਪਾਇਆ, ਸੁਬਾਹ ਨੂੰ, ਠੀਕ। ਉਹ ਇੱਕ ਬਾਲਾ ਦਵਾਓ, ਵਿੱਚ ਇੱਕ ਪਾਇਆ ਕੋ ਚੀਨੀ ਪਾਓ ਤੇ ਉਹ ਸਾੜੂ ਵਾਸਤੇ ਦਿਓ ਉਹਨੂੰ। ਸਹੀ ਹੋ ਗਿਆ। ਪਿੱਛਾ ਮਾਰਨਾ, ਪਿੱਛੇ ਦਾ ਇਲਾਜ ਕੀ ਹੈ? ਭਾਜੀ ਅਸਲ ਤੇ ਪਿੱਛਾ ਹੈ ਕੋਈ ਨਹੀਂ। ਅੱਛਾ, ਠੀਕ ਹੈ। ਜਦੋਂ ਮੱਝ ਦਬਾ ਹੁੰਦੀ ਹੈ
ਕੋਈ ਪਿੱਛਾ ਨਹੀਂ ਨਿਕਲਦਾ ਹੈ ਵਿੱਚੋਂ। ਇਹ ਅੰਦਰ ਮਾਝ ਦੇ ਆਵਾਜ਼ ਹੁੰਦੀ ਏ ਖੁਸ਼ਕੀ ਤੇ ਗਰਮੀ ਤੋਂ। ਠੀਕ ਹੈ ਠੀਕ ਹੈ, ਜਦੋਂ ਮਾਝ ਦੀ ਮਿਹਦਾ ਜਿਹੜਾ ਨਾ ਹੀਟ ਅਪ ਹੁੰਦਾ ਨਾ ਉਦੋਂ ਜ਼ੋਰ ਲਾਂਦੀ ਏ ਬਹਿ ਕੇ, ਤੇ ਉਹ ਥੋੜਾ ਜਿਹਾ ਮਾਸ ਜਿਹੜਾ ਬਾਹਰ ਆਉਂਦਾ, ਜਿਉਂ ਜਿਉਂ ਬਾਹਰ ਆਉਂਦਾ ਹੋਰ ਜ਼ੋਰ ਲਾਂਦੀ ਏ, ਉਹ ਬਾਹਰ ਕੱਢ ਜਾਂਦੀ ਏ। ਠੀਕ ਹੈ, ਖੁਸ਼ਕੀ ਦੀ ਵਜ੍ਹਾ ਤੋਂ ਇਹ ਜ਼ਿਆਦਾਤਰ ਹੁੰਦਾ ਹੈ, ਜ਼ਿਆਦਾ ਖੁਸ਼ਕੀ ਤੋਂ ਹੁੰਦਾ ਹੈ, ਥੋੜਾ ਬਾਲਾ ਆਬਾਦੀ ਤੋਂ ਵੀ ਹੁੰਦਾ ਹੈ। ਜਿਹੜੀ ਮੱਝ ਨੂੰ ਖੁਸ਼ਕੀ ਨਹੀਂ ਜਾਂ ਆਬਾਦੀ ਨਹੀਂ ਉਹਨੂੰ ਨਹੀਂ ਹੁੰਦਾ। ਸਹੀ ਹੋ ਗਿਆ ਇਹਨੇ ਕਿ ਜਾਨਵਰ ਹੀਟ 'ਚ ਨਾ ਆਏ, ਔਰ ਜਿਹੜਾ ਨਹੀਂ ਬਣਦਾ ਅਗਰ ਬਣ ਜੇ ਤੇ ਫਿਰ ਉਹ ਫਿਰ ਜਾਂਦਾ। ਇਹ ਜਰਾ ਦੋ ਤਿੰਨ ਕਲੀਅਰ ਕਰਿਓ ਕਿਉਂਕਿ ਇਹਦੇ ਬਾਰੇ ਜੀ ਲੋਕ ਪਰੇਸ਼ਾਨ। ਜਿਹੜਾ ਭਾਜੀ ਇੱਕ ਤੇ ਜਾਨਵਰ ਜਿਹੜੇ ਨੇ ਨਾ, ਮੱਝਾਂ ਜਿਹੜੀਆਂ ਨੇ ਨੀਲੀ ਦੀਆਂ ਮੱਝਾਂ ਹੋ ਗਈਆਂ ਨਸਲੀ ਜਿਹੜੀਆਂ ਨੇ ਸਹੀ, ਉਹ ਭਾਜੀ ਸਾਲ ਦੁੱਧ ਦੇ ਕੇ ਬਾਅਦ ਚ ਬਣਦੀਆਂ। ਠੀਕ ਹੋ ਗਿਆ। ਕੁਛ ਮੱਝਾਂ ਜਿਹੜੀਆਂ ਨੇ ਉਹਨਾਂ ਦੀ ਖੁਰਾਕ ਬੜੀ ਜ਼ਿਆਦਾ ਦਿੱਤੀ ਜਾਂਦੀ, ਉਹ ਗਰਮ ਹੋ ਕੇ ਵੀ ਬਣ ਜਾਂਦੀਆਂ ਨੇ, ਫਿਰ ਉਹ ਫਰਾਲ ਹੋ ਜਾਂਦੀਆਂ ਨੇ। ਠੀਕ ਹੈ, ਕੁਛ ਮੱਝਾਂ ਜਿਹੜੀਆਂ ਨੇ ਉਹ ਇਸ ਵਜ੍ਹਾ ਤੋਂ ਨਹੀਂ ਬਣਦੀਆਂ, ਲਿੱਸੀਆਂ ਹੋ ਜਾਂਦੀਆਂ ਨੇ, ਫਾੜੀਆਂ ਹੋ ਜਾਂਦੀਆਂ। ਠੀਕ ਹੋ ਗਿਆ। ਉਹ ਜਦੋਂ ਉਹਨਾਂ 'ਚ ਤਾਕਤ ਆਵੇ ਦੀ ਉਦੋਂ ਉਹ ਬਣ ਜਾਂਦੀਆਂ। ਅੱਛਾ, ਜਿਹੜਾ ਹੀਟ ਦਾ ਮਾਮਲਾ ਵੇ, ਜਿਹੜਾ ਨੇ ਕਿ ਹੀਟ ਵਿੱਚ ਨਹੀਂ ਆਂਦਾ, ਉਹਦਾ ਤਾਂ ਤੁਸੀਂ ਕਲੀਅਰ ਕੀਤਾ ਕਿ ਇਹ ਮਾਮਲਾਤ ਨੇ, ਤੇ ਜਿਹੜੀਆਂ ਫਿਰ ਜਾਂਦੀਆਂ ਨੇ ਉਹਦਾ ਕਰੀਏ। ਜਿਹੜੀਆਂ ਭਾਜੀ ਫਿਰ ਜਾਂਦੀਆਂ ਨੇ ਉਹ ਬੱਚੇਦਾਨੀ 'ਚ ਮਸਲਾ ਹੁੰਦਾ। ਬੱਚੇਦਾਨੀ ਦਾ ਟੀਕਾ ਲੱਭਦਾ, ਇੱਕ ਨਾਂ ਨਹੀਂ ਉਹਦਾ ਹੁੰਦਾ, ਬੱਚੇਦਾਨੀ ਦਾ ਟੀਕਾ ਜਿਹੜਾ ਨਾ ਉਹ ਲਾਓ, ਫਿਰ ਮੱਝ ਫਰਾਲ ਨਹੀਂ ਰਹਿਣ ਲੱਗੀ, ਨਾ ਗਾਂ ਨਾ ਮੱਝ। ਤੁਹਾਡੇ ਹੱਥ 'ਚੋਂ ਬੜੀਆਂ ਮੱਝਾਂ ਗੁਜ਼ਰਦੀਆਂ ਨੇ, ਇਹ ਦੱਸਿਓ ਕਿ ਮੱਝ ਜਿਹੜੀ ਏ ਉਹਨੂੰ ਸੀਮਨ ਰਹਾਈਏ ਟੀਕਾ ਲਵਾਈਏ ਜਾਂ ਫਿਰ ਉਹ ਵੈਡੇ ਕੋ ਕਰਵਾਈਏ ਤੇ ਉਹ ਬਿਹਤਰ ਹੈ? ਭਾਜੀ ਅਸਲ ਤੇ ਜਿਹੜਾ ਕੰਮ ਹੈ ਨਾ, ਜਿਹੜਾ ਅਸਲ ਹੈ ਕੰਮ, ਉਹ ਤੇ ਸੰਡੇ ਦਾ ਹੀ ਹੈ ਜਾਂ ਵੈੜੇ ਦਾ, ਜਿਹੜਾ ਸਹੀ ਹੈ ਕੰਮ। ਤੇ ਜਿਹੜਾ ਤੁਸੀਂ ਨਹੀਂ ਪਹੁੰਚਾ ਸਕਦੇ, ਤੁਹਾਡੇ ਕੋਲ ਵੈੜਾ ਨਹੀਂ ਚੰਗਾ ਜਾਂ ਸੰਡਾ ਨਹੀਂ ਚੰਗਾ, ਫਿਰ ਟੀਕਾ ਹੀ ਲਵਾਉਣਾ, ਉਹ ਮਜਬੂਰੀ ਹੈ। ਠੀਕ ਹੋ ਗਿਆ। ਹੁਣ ਜਿਹੜਾ ਸਾਹਣ ਵਾਲਾ ਕੰਮ ਹੈ, ਫਿਰ ਉਹ ਨਸਲੀ ਜਿਹੜਾ ਘਰ ਦਾ ਮਾਲ ਬਣਾਇਆ ਉਹਨਾਂ ਦਾ ਤੇ ਨਹੀਂ ਰਲਦਾ ਟੀਕਾ। ਸਾਹਣ ਜਿਹੜਾ ਵੇ ਇਹਦੇ ਬਾਰੇ ਚ ਵੀ ਕਲੀਅਰ ਕਰਿਓ ਕਿ ਕਿੰਨੇ ਚਿਰ ਦਾ ਹੋਈਏ ਤੇ ਫਿਰ ਉਹ ਬਦਲ ਲੈਣਾ ਚਾਹੀਦਾ। ਕੁਝ ਲੋਕ ਨਹੀਂ ਬਦਲਦੇ ਤੇ ਮੱਝਾਂ ਖਰਾਬ ਪਈਆਂ ਹੁੰਦੀਆਂ। ਭਾਜੀ ਅਸਲ ਤੇ ਸਾਹਣ ਜਿਹੜਾ 4 ਤੋਂ 5 ਸਾਲ ਬਾਅਦ ਜਾ ਕੇ ਬਣਦਾ ਹੈ। ਠੀਕ ਹੋ ਗਿਆ। ਜਿਹੜਾ ਸਹੀ ਬੱਚੇ ਜਵਾਨ ਕਰਨ ਦਾ ਜਾਂ ਉਹਦਾ ਰਿਜ਼ਲਟ ਲੈਣ ਦਾ ਅਸਲ ਮਕਸਦ ਜਿਹੜਾ ਨਾ, ਉਹ 4 ਤੋਂ 5 ਸਾਲ ਬਾਅਦ ਬਣਦਾ ਹੈ। ਅਸੀਂ ਕੱਟੇ ਜਿਹੜੇ ਆ ਦੋਂਦਾ ਤੂੰ ਚੌਗਾ ਹੋ ਜਾਂਦਾ ਜਾਂ ਛਿੱਗਾ ਹੋ ਜਾਂਦਾ ਤੇ ਅਸੀਂ ਨੇ ਵੱਡਾ ਹੋ ਗਿਆ ਇਹਨੂੰ ਵੇਚ ਦਿਓ। ਅਸਲ ਤੇ ਜਵਾਨ ਤੇ ਹੁੰਦਾ, ਉਹ ਫੁੱਲ ਜਦੋਂ ਕੰਨੀਆਂ ਕੱਢ ਜਾਂਦਾ 5 ਸਾਲ ਤੋਂ ਬਾਅਦ, ਫਿਰ ਜਿਹੜੀ ਉਹਦੀ ਮੱਝ ਹੋਈ ਹੈ ਉਹਦਾ ਬੱਚਾ ਹੋਰ ਤਰੀਕੇ ਦਾ ਹੋਵੇਗਾ। ਤੇ ਉਹ ਕਿੰਨੀ ਦੇਰ ਰੱਖੀਏ ਫਿਰ ਅੱਗੋਂ? ਉਹ ਰੱਖੋ 5 ਸਾਲ ਰੱਖੋ, 4 ਸਾਲ ਰੱਖੋ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ 10 ਸਾਲ ਸਾਲ ਜਿਹੜਾ ਅੱਛਾ ਸੁੰਦਾ ਹੈ ਨਾ, ਤੁਹਾਡੇ ਘਰ ਬਰੀਡ ਉਹਦੀ ਅੱਛੀ ਬਣਦੀ ਏ, ਉਹਦੀਆਂ 3 ਮਾਲੀਆਂ ਵੀ ਤੁਸੀਂ ਲੈ ਸਕਦੇ ਹੋ। ਸਹੀ ਹੋ ਗਿਆ। ਤੁਸੀਂ ਜਾਨਵਰ ਜਦੋਂ ਵਹਾਉਂਦੇ ਹੋ ਤੇ ਬੜੇ ਚਾਅ ਨਾਲ ਤੁਸੀਂ ਥਣ ਤੇ ਉਹਨਾਂ ਦਾ ਦੁੱਧ ਦੱਸਦੇ ਹੋ। ਹਾਂਜੀ, ਲੋਕਾਂ ਨੂੰ ਇਹ ਵੀ ਦੱਸ ਛੜੋ ਕਿ ਜਦੋਂ ਤੁਹਾਡੇ ਕੋਲੋਂ ਡੰਗਰ ਘਰ ਖੜਦੇ ਨੇ ਤੇ ਫਿਰ ਉਹਨਾਂ ਦਾ ਦੁੱਧ ਉੱਥੇ ਹੀ ਯਾਨੀ ਉਸ ਮਿਕਦਾਰ ਤੇ ਕਿਸ ਰੱਖੀਏ ਜਾਂ ਵਧਾਈਏ ਕਿਸ ਤਰ੍ਹਾਂ? ਪਤਾ ਕੀ ਗੱਲ ਹੈ, ਮੱਝਾਂ ਦੇ ਅੰਦਰ ਜਾਂ ਗਾਵਾਂ ਦੇ ਅੰਦਰ ਸੂਟਾ ਨਹੀਂ ਕੋ ਲੱਗੇ ਆ ਕਿ ਜਿੱਥੋਂ ਦੁੱਧ ਬਾਹਰ ਨਿਕਲੀ ਜਾਵੇ। ਜਿੰਨੀ ਕੋ ਉਹਨਾਂ ਨੂਰ ਹੈ ਹਦਾ ਦਾ, ਜਿੰਨੀ ਕੋ ਉਹਨਾਂ ਦੀ ਸਾਂਭ ਕਰਨੀ ਜੇ ਨਾ, ਉਹਨਾਂ ਕੋ ਅੱਛੀ ਮੱਝ ਤੁਹਾਡਾ ਰਿਜ਼ਕ ਨਹੀਂ ਰੱਖਣ ਲੱਗੀ, ਬਿਲਕੁਲ ਨਹੀਂ ਉਹ ਨੂਰ ਰੱਖਣ ਲੱਗੀ। ਸਹੀ ਹੋ ਗਿਆ। ਜਿਹੜੀ ਅੱਛੀ ਨੂਰ ਵਾਲੀ ਹੈ। ਤੇ ਇਹ ਦੱਸਿਓ ਕਿ ਅਗਰ ਇੱਕ ਬੰਦਾ ਮਹਾਨਾ 50,000 ਕਮਾਉਣਾ ਚਾਹੁੰਦਾ ਹੈ, ਉਹ ਕਿੰਨੇ ਜਾਨਵਰ ਰੱਖੇ ਔਰ ਕਿਹੜੇ ਰੱਖੇ ਤਾਂ ਕਿ ਉਹ 50,000 ਆਰਾਮ ਸਕੂਨ ਨਾਲ ਕਮਾ ਲੇ, ਉਹਦਾ ਖਾਨਦਾਨ ਦਾ ਨਿਜ਼ਾਮ ਚੱਲ ਪਏ? ਉਹ ਭਾਜੀ ਮੱਝਾਂ 5 ਜਿਹੜੀਆਂ ਨੇ ਨਾ, 5 ਮੱਝਾਂ, ਉਹਦੇ ਵਾਸਤੇ ਉਹਦੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ ਇੱਕ ਪੈਲੀ ਕੋ। ਨਹੀਂ ਜੇ ਸ਼ਹਿਰ 'ਚ ਤੇ ਉਹਦੇ ਕੋਲ ਪੈਸੇ 5 ਮੱਝਾਂ ਚੰਗੀਆਂ ਦੇ ਹੋਣੇ ਚਾਹੀਦੇ ਨੇ, 50,000 ਤੋਂ ਲੈ ਕੇ 80,000 ਤੱਕ ਵੀ ਉਹ ਬਣਾ ਲੈਂਦਾ ਮਹੀਨੇ ਦਾ। ਠੀਕ ਹੋ ਗਿਆ। ਇਹ ਤੁਸੀਂ ਬੜਾ ਜ਼ਬਰਦਸਤ ਪੁਆਇੰਟ ਦੱਸਿਆ ਕਿ ਅਗਰ ਕੋਈ ਬੰਦਾ ਘਰ ਹੈ ਕਿ 50 ਤੋਂ 80,000 ਕਮਾਉਣਾ ਚਾਹੁੰਦਾ, ਜੇ ਮੱਝਾਂ ਲਿਲੇ ਦਾ ਸਸਤੀਆਂ ਜੀ 2 ਲੱਖ ਦੀ, 1.5 ਲੱਖ ਦੀ, ਪੌਣੇ 2 ਲੱਖ ਦੀ, ਹੁਣ ਇੱਕ ਮੱਝ ਦਾ ਸ਼ਹਿਰ ਦੇ ਵਿੱਚ 400 ਰੁਪਇਆ ਖਰਚਾ ਜੀ। ਅਗਰ ਉਹ ਦੁੱਧ ਹੀ 8 ਕਿਲੋ ਦਿੰਦੀ ਏ, 400-500 ਲੈ ਗਈ ਤੇ 300 ਉਹਨੂੰ ਬਚ ਗਿਆ, ਉਹਨੂੰ ਕੁਝ ਨਹੀਂ ਬਚੇਗਾ। ਠੀਕ ਹੈ। ਅਗਰ ਮੱਝ ਦੁੱਧ ਦਿੰਦੀ ਏ 13 ਤੋਂ 14 ਕਿਲੋ, ਉਹ ਮੱਝ ਲੱਭਣੀ ਹੈ 3 ਲੱਖ ਦੀ, ਘੱਟ ਕੋਈ ਨਹੀਂ। ਜਿਹੜੀ ਸਹੀ ਨੀਲੀ ਦੀ ਮੱਝ ਹੈ, ਅਸਲ ਹੈ, ਪਿਓਰ ਹੈ, ਉਹ 3 ਲੱਖ ਤੋਂ ਉੱਤੇ ਹੀ ਲੱਭਣੀ ਹੈ। ਉਹ ਦੁੱਧ ਦੇਦੀ 13 ਤੋਂ 14 ਕਿਲੋ, ਉਹ 400 ਖਾ ਕੇ ਉਹਨੂੰ 1000 ਰੁਪਇਆ ਬਚੇਦਾ ਇੱਕ ਮੱਝ ਦਾ। ਠੀਕ ਹੋ ਗਿਆ। ਬਿਹਤਰੀਨ ਵੰਡਾ ਤੇ ਮਤਵਾਜ਼ਨ ਗ਼ਜ਼ਾ ਕਿਹਨੂੰ ਕਹੋਗੇ ਤੁਸੀਂ? ਭਾਜੀ ਅਸੀਂ ਤੇ ਪੱਠੇ ਜਿਹੜਾ ਨਾ ਚਾਰਾ ਹਰਾ, ਇਹ ਜ਼ਿਆਦਾਤਰ ਪਾਉਂਦੇ ਆ ਇੱਥੇ, ਜਿਹੜਾ ਦਿਹਾਤ 'ਚ ਪਿੰਡਾਂ 'ਚ ਕੰਮ ਹੈ। ਠੀਕ ਹੈ। ਸ਼ਹਿਰਾਂ 'ਚ ਜਿਹੜਾ ਉਹ ਵੰਡਾ ਕਈ ਕਿਸਮਾਂ ਦਾ, ਤੂੜੀ ਪਾਉਂਦੇ ਨੇ, ਖਲ ਪਾਉਂਦੇ ਨੇ ਬਨੌਲੇ ਵਾਲੀ, ਟੁੱਕਰ ਪਾਉਂਦੇ ਨੇ, ਟੁਕਰੇ, ਕਣਕ ਦਲ ਕੇ ਕਰਾ, ਇਸ ਤਰ੍ਹਾਂ ਦੀਆਂ ਚੀਜ਼ਾਂ ਮਿਕਸ ਕਰਕੇ ਪਾਉਂਦੇ ਨੇ। ਆਖਰ ਤੇ ਦੱਸਿਓ, ਸਾਡੇ ਇੱਕ ਭਾਈ ਨੇ ਸਵਾਲ ਪੁੱਛਿਆ, ਨਵਾਂ ਫਾਰਮ ਖੋਲਣਾ ਚਾਹੁੰਦਾ ਹੈ, ਉਹਨੇ ਕਿਹਾ ਜੀ ਅਗਰ 20 ਜਾਨਵਰ ਨੇ, 20 ਜਾਨਵਰਾਂ ਵਾਸਤੇ ਕਿੰਨੀ ਜ਼ਮੀਨ ਹੋਣੀ ਚਾਹੀਦੀ ਹੈ ਔਰ ਉਹਦੇ ਵਾਸਤੇ ਚਾਰਾ ਕੱਟਣ ਵਾਸਤੇ ਕਿੰਨੇ ਬੰਦੇ ਹੋਣੇ ਚਾਹੀਦੇ ਨੇ? ਇਹ ਜ਼ਰਾ 2 ਗੱਲਾਂ ਦੱਸ ਦਿਓ। ਅਗਰ 20 ਉਹਦੇ ਕੋਲ ਮੱਝਾਂ ਵੱਡੀਆਂ ਨੇ ਨਾ, ਉਹਨੂੰ 5 ਕਿੱਲੇ ਜ਼ਮੀਨ ਚਾਹੀਦੀ ਹੈ, 5 ਤੋਂ 6 ਕਿੱਲੇ। ਤੇ 20 ਜਾਨਵਰਾਂ ਦਾ ਚਾਰਾ ਕੱਟਣ ਵਾਸਤੇ ਕਿੰਨੇ ਬੰਦੇ? 2 ਬੰਦੇ। ਔਰ ਟਾਈਮ ਕਿੰਨਾ ਲੱਗੇਗਾ ਉਹਨਾਂ ਨੂੰ? ਉਹ 1 ਘੰਟੇ ਦਾ, ਯਾਨੀ ਕਿ 1 ਘੰਟੇ 'ਚ ਮੈਨੇਜ ਕਰ ਸਕਦੇ ਨੇ। ਬਹੁਤ ਸ਼ੁਕਰੀਆ ਭਾਈ ਯੂਸਫ, ਬੜੀਆਂ ਹੀ ਗੱਲਾਂ ਤੁਹਾਡੇ ਕੋਲ ਪੁੱਛੀਆਂ ਨੇ ਔਰ ਘੱਟ ਹੀ ਕਿਸੇ ਫਾਰਮਰ ਕੋਲ ਅਸੀਂ ਇੰਨੀਆਂ ਗੱਲਾਂ ਪੁੱਛੀਆਂ। ਤੁਸੀਂ ਬੜਾ ਪੇਚੀਦਾ ਸਵਾਲਾਂ ਦੇ ਬੜੇ ਬਿਹਤਰੀਨ ਜਵਾਬ ਦਿੱਤੇ ਨੇ। ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ।